कहना जी मेरा कोई हेल्प वगैरह की जाए। मेरे 7 बच्चे ने, मैं हकदार हाँ। दोनों लत्तां मेरियां नहीं है। अस्सलाम वालेकुम। FTM 105 और लुकमान गोया न्यूज़ के साथ मैं हूं आपका होस्ट फारूक तैयब। जैसा कि ਤੁਹਾਨੂੰ ਪਤਾ ਹੈ ਕਿ ਅਸੀਂ ਜਿਸ ਤਰ੍ਹਾਂ ਗਰੀਬਾਂ ਦੀ ਆਵਾਜ਼ ਬਣ ਕੇ ਤੁਹਾਡੇ ਸਾਹਮਣੇ ਆਂਦੇ ਰਹਿੰਦੇ ਆ। ਸਾਨੂੰ ਕੋਈ ਵੀ ਲਾਚਾਰ ਮਾਜ਼ੂਰ ਗਰੀਬ ਮਿਲਦਾ ਹੈ, ਸਾਡਾ ਕੰਮ ਇਹ ਕਿ ਉਹਨਾਂ ਦੀ ਆਵਾਜ਼ ਜਿਹੜੀ ਨਾਲ ਆਵਾਮ ਤੱਕ ਪਹੁੰਚਾਈ ਜਾਏ ਤਾਂ ਕਿ ਉਹਨਾਂ ਦੀ ਕੋਈ ਹੈਲਪ ਹੋ ਜਾਏ, ਮਦਦ ਹੋ ਜਾਏ। ਇਸੇ ਸਿਲਸਿਲੇ ਦੇ ਨਾਲ ਅਸੀਂ ਅੱਜ ਆਏ ਆ ਮਹੱਲਾ ਸ਼ਰੀਫਪੁਰਾ ਗਲੀ ਨੰਬਰ 2 ਡਾਕਟਰ ਯਾਕੂਬ ਵਾਲੀ ਗਲੀ। ਇਹਨਾਂ ਬਜ਼ੁਰਗਾਂ ਦਾ ਨਾਮ ਮੁਹੰਮਦ ਅਕਰਮ ਵਲਦ ਮੁਹੰਮਦ ਦੀਨ ਹੈ। ਮਾਸ਼ਾਅੱਲਾ ਇਹਨਾਂ ਦਾ ਕੰਮ ਬਹੁਤ ਅੱਛਾ ਸੀ, ਮਿਹਨਤੀ ਆਦਮੀ ਨੇ, ਬੜੀ ਮਿਹਨਤ ਕਰਦੇ ਸੀ, ਫਰੂਟ ਦੀ ਰੇਹੜੀ ਲਾਉਂਦੇ ਸੀ। ਤੁਸੀਂ ਜਾਣ ਦੇਖਿਆ ਹੋਵੇਗਾ, ਜਿਹੜੇ ਲੋਕ ਦੇਖ ਰਹੇ ਨੇ ਇਹਨਾਂ ਨੂੰ, ਕਾਇਦੇ ਆਜ਼ਮ ਰੋਡ ਤੇ ਤਕਰੀਬਨ ਸ਼ਾਮ ਟਾਈਮ ਰੇਹੜੀ ਲੱਗੀ ਹੁੰਦੀ ਸੀ ਇਹਨਾਂ ਦੀ। ਕਦੀ ਇਹਨਾਂ ਨੇ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਇਆ। ਮਾਸ਼ਾਅੱਲਾ ਮਿਹਨਤੀ ਸੀ, ਹਰ ਲਿਹਾਜ਼ ਨਾਲ ਕੋਈ ਕਮੀ ਨਹੀਂ। ਬਸ ਅੱਲਾ ਦੀ ਆਜ਼ਮਾਇਸ਼ ਆਈ ਹੈ। ਤੇ ਇਹਨਾਂ ਦੇ 7 ਬੱਚੇ ਨੇ ਮਾਸ਼ਾਅੱਲਾ, ਬੱਚੀਆਂ ਵੀ ਜਵਾਨ ਨੇ, ਬੱਚੇ ਛੋਟੇ ਛੋਟੇ ਨੇ ਤੇ ਪੜ੍ਹਦੇ ਵੀ ਨੇ, ਤੇ ਕਦੀ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਇਆ। ਇਹ ਤੇ ਮੈਂ ਸ਼ੁਕਰੀਆ ਅਦਾ ਕਰਨਾ ਤੇ ਮੁਹਤਰਮ ਨਈਮ ਸਾਹਿਬ ਕਿ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ। ਇਹਨਾਂ ਦੀ ਖੈਰ ਖਾਈ ਆਈ, ਕਾਫੀ ਦੇਰ ਤੋਂ ਕਿਹਾ ਜਾ ਰਿਹਾ ਸੀ, ਇਹਨਾਂ ਦੇ ਰੈਫਰੈਂਸ ਨਾਲ ਇਹਨਾਂ ਤੱਕ ਮੁਲਾਕਾਤ ਹੋਈ। तो सब तो पहले इन्होंने को तारुफ पूछते हैं, गलबात करने कि किवें वाकया आया, दुखी स्टोरी किवें शुरू हुई है, सारी वाकया की पेश आया जी। अस्सलाम वालेकुम। सलाम वालेकुम जी। जी कैसे हो, ठीक ठाक हो? हाँ जी बिल्कुल ठीक है जी। ਤੁਹਾਨੂੰ ਕਿੰਨੀ ਕੁ ਦੇਰ ਹੋ ਗਈ ਇਸ ਮੰਜੀ ਤੇ ਬੈਠੇ ਹੋਏ ਆ? ਮੈਨੂੰ ਤਕਰੀਬਨ 4 ਸਾਲ ਹੋ ਗਏ ਨੇ। ਇਹ ਸ਼ੁਰੂ ਤੋਂ 2 ਲੱਤਾਂ ਕੱਟੀ ਗਈਆਂ, ਪਹਿਲੇ ਇੱਕ ਕੱਟੀ ਗਈ ਸੀ? ਮੈਂ ਫਰੂਟ ਦੀ ਰੇਹੜੀ ਲਾਣਾ ਵਾ ਸਾਂ ਜੀ, ਕਾਇਆ ਰੋਡ ਜਾਂ ਪੂਰੇ ਬਾਜ਼ਾਰ 'ਚ ਸਾਰਿਆਂ ਨੂੰ ਪਤਾ ਹੈ। ਮੇਰਾ ਨਾਮ ਮੁਹੰਮਦ ਅਕਰਮ ਹੈ, ਮਹੱਲਾ ਸ਼ਰੀਫਪੁਰਾ ਗਲੀ ਨੰਬਰ 7 ਡਾਕਟਰ ਯਾਕੂਬ ਵਾਲੀ। ਤੇ ਬਾਜ਼ਾਰ 'ਚ ਫਲ ਫਰੂਟ ਲਾਣਾ ਸਾਂ ਤੇ ਰਾਤ ਨੂੰ ਕਾਇਆ ਰੋਡ ਦੇ ਉੱਤੇ ਖਲੋ ਜਾਣਾ ਹੁੰਦਾ ਸਾਂ, ਜਿਸ ਤਰ੍ਹਾਂ ਆਮ ਰੇਹੜੀਆਂ ਵਾਲੇ ਖਲੋਂਦੇ ਨੇ ਮੇਰੇ ਭਰਾ, ਉਸ ਤਰ੍ਹਾਂ ਹਰ ਇੱਕ ਨੂੰ ਪਤਾ ਹੈ। ਨਹੀਂ, ਇਹ ਵਾਕਿਆ ਕਿਵੇਂ ਆਇਆ ਫਿਰ, ਕਿਦੋਂ ਹੋਇਆ ਮਸਲਾ, ਫਿਰ ਸਾਰਾ ਦੱਸਿਓ ਸਾਨੂੰ ਥੋੜਾ ਜਿਹਾ। ਮੈਨੂੰ ਸ਼ੂਗਰ ਪਹਿਲਾਂ ਨਹੀਂ ਸੀ ਹੈਗੀ। ਸ਼ੂਗਰ ਮੈਨੂੰ ਕਰੀ ਨਾ 3-4 ਸਾਲ ਤੋਂ ਸੀ, ਮਗਰ ਮੈਂ ਗੌਰ ਨਹੀਂ ਕੀਤਾ। ਇੱਕ ਦਫਾ ਮੇਰੇ ਵਾਲਦਾ ਕਹਿੰਦੀ ਹੁੰਦੀ ਸੀ, ਤੈਨੂੰ ਸ਼ੂਗਰ ਹੈ। ਮੇਰੇ ਪੈਰਾਂ ਦੇ ਕੀੜੀਆਂ ਰਾਤ ਸੁੱਤੇ ਪਏ ਚੜ ਜਾਂਦੀਆਂ ਹੁੰਦੀਆਂ ਸੀ। ਤੇ ਮੇਰੀ ਵਾਲਦਾ ਕਹਿੰਦੀ ਸੀ, ਮੈਂ ਸੁੱਤਾ ਹੋਣਾ, ਮੈਨੂੰ ਕੋਈ ਪਤਾ ਨਹੀਂ ਸੀ ਹੁੰਦਾ। ਮੇਰੀ ਵਾਲਦਾ ਦੇ ਲਾਗੇ ਮੇਰੀ ਮੰਜੀ ਹੁੰਦੀ ਸੀ, ਉਹ ਬਾਹਰ ਟਾਈਮ ਜਾਗਦੀ ਹੁੰਦੀ ਸੀ ਤੇ ਉਹ ਮੈਨੂੰ ਜਿਹੜੀਆਂ ਵੱਗੀਆਂ ਨਹੀਂ ਹੁੰਦੀਆਂ ਪੈਰਾਂ ਦੀਆਂ, ਉਹਦੇ ਵਿੱਚ ਵੜ ਜਾਂਦੀਆਂ ਹੁੰਦੀਆਂ ਸੀ। ਤੇ ਜਦੋਂ ਆਪਣੀ ਉਂਗਲ ਵਿੱਚ ਮਾਰਦੀ ਹੁੰਦੀ ਸੀ, ਮੈਨੂੰ ਕਹਿੰਦੀ ਸੀ, ਪੁੱਤਰ ਤੈਨੂੰ ਸ਼ੂਗਰ ਹੋ ਗਈ। ਮੈਂ ਕਹਿੰਦਾ ਨਹੀਂ ਅੰਮੀ ਜੀ, ਨਹੀਂ ਸ਼ੂਗਰ ਨਹੀਂ ਹੋਈ ਮੈਨੂੰ। ਉਹ ਕਹਿੰਦੀ ਰਹੀ, ਬਾਅਦ 'ਚ ਉਹ ਫੌਤ ਹੋ ਗਈ। ਉਸ ਤੋਂ ਬਾਅਦ ਫਿਰ ਮੈਂ ਕਾਇਆ ਰੋਡ ਦੀ ਮਾਡਰਨ ਲੈਬਾਰਟਰੀ 'ਚ ਉੱਥੋਂ ਮੈਂ ਚੈੱਕ ਕਰਵਾਇਆ ਤੇ ਉਹਨਾਂ ਮੈਨੂੰ ਦੱਸਿਆ ਤੈਨੂੰ ਸ਼ੂਗਰ ਹੈ। ਤੇ ਮੇਰੀਆਂ ਅਕਸਰ ਸਰਦੀਆਂ 'ਚ ਅੱਡੀਆਂ ਪਾੜਦੀਆਂ ਹੁੰਦੀਆਂ ਸੀ, ਅਕਸਰ ਸਰਦੀਆਂ 'ਚ। ਜਦੋਂ ਗਰਮੀਆਂ ਆਉਂਦੀਆਂ ਸੀ ਬਿਲਕੁਲ ਸਹੀ ਹੋ ਜਾਂਦੀਆਂ ਸੀ। ਮੈਂ ਕਿਹਾ ਪਹਿਲੇ ਤਰ੍ਹਾਂ ਮੇਰੀਆਂ ਅੱਡੀਆਂ ਸਹੀ ਹੋ ਜਾਂਦੀਆਂ, ਪਹਿਲੋਂ ਵੀ ਠੀਕ ਹੋ ਜਾਂਦੇ ਸੀ। ਉਦੋਂ ਮੈਨੂੰ ਸ਼ੂਗਰ ਸੀ, ਸ਼ੂਗਰ ਨਿਕਲ ਆਈ। ਸ਼ੂਗਰ ਵੀ ਕੋਈ ਨਹੀਂ ਸੀ, 150 ਸੀ। ਉਹ ਫਲ ਫੂਲ ਦੀ ਰੇਹੜੀ ਲਾਉਣਾ, 4 ਵਜੇ ਉੱਠਣਾ, ਫੈਸਲਾਬਾਦ ਜਾਣਾ, ਸੌਦਾ ਲੈ ਕੇ ਆਉਣਾ, ਸੌਦਾ ਲਿਆ ਕੇ ਫਿਰ ਰੇਹੜੀ ਲਾਣੀ, ਲਾ ਕੇ ਫਿਰ ਬਾਜ਼ਾਰ ਜਾਣਾ, ਰਾਤ ਨੂੰ 12 ਵਜੇ 1 ਵਜੇ ਘਰ ਆਉਣਾ। ਤੋਂ ਖਲੋ ਖਲੋ ਕੇ ਫਿਰ ਕੇ ਉਹ ਜਿਹੜੀ ਤ੍ਰੇੜ ਸੀ ਨਾ, ਉਹ ਜ਼ਖਮ ਦੀ ਸ਼ਕਲ ਤਿਆਰ ਕਰ ਗਈ, ਜ਼ਖਮ ਦੀ ਸ਼ਕਲ ਤਿਆਰ ਕਰ ਗਈ। ਮੈਨੂੰ ਮੇਰੇ ਭਰਾ ਜਿਹੜੇ ਸੌਦਾ ਲੈਣ ਆਉਂਦੇ ਸੀ, ਇੱਕ ਦਫਾ ਆਏ 3 ਜਣੇ ਮੋਟਰਸਾਈਕਲ ਦੇ, ਕਹਿੰਦੇ ਚਾਚਾ ਭਾ ਤੂੰ ਤਾਂ ਚੰਗਾ ਭਲਾ ਸੀ ਯਾਰ, ਕੀ ਹੋਇਆ? ਤੇ ਮੈਂ ਉਹਨਾਂ ਨੂੰ ਕਹਿੰਦਾ ਸਾਂ ਸ਼ੂਗਰ ਨਾਲ ਕਰੀ ਮੇਰੀ ਅੱਡੀ ਪਾੜ ਗਈ ਹੈ ਤੇ ਸ਼ੂਗਰ ਨਿਕਲ ਆਈ ਮੈਨੂੰ। ਤੇ ਮੈਨੂੰ ਉਹ ਕਹਿਣ ਲੱਗੇ ਤੂੰ ਆਰਾਮ ਕਿਉਂ ਨਹੀਂ ਕਰਦਾ? ਉਹ ਮੈਨੂੰ ਗਾਹ ਕਹਿਣ ਲੱਗਾ ਤੂੰ ਆਰਾਮ ਕਿਉਂ ਨਹੀਂ ਕਰਦਾ? ਮੈਂ ਕਿਹਾ ਮੇਰੇ ਬੱਚੇ ਛੋਟੇ ਨੇ ਤੇ
ਇਸ ਬਾਰੇ ਮੈਂ ਨਹੀਂ ਸਰਦਾ। ਤੇ ਅੱਗੋਂ ਨਾਲ ਦਾ ਬੋਲਿਆ, ਉਹਦੇ ਨਾਲ ਦੇ ਗਾਹਕ ਬੋਲਿਆ, ਮੋਟਰਸਾਈਕਲ 'ਤੇ 3 ਜਣੇ ਸੀ, ਕਹਿੰਦਾ ਜੇ ਤੂੰ ਅੱਜ ਮਰ ਜੇ ਤਾਂ ਉਂਗਲ ਖੜਕਾ ਕੇ ਕਹਿੰਦਾ ਫੇਰ ਕੌਣ ਵਾਰਿਸ ਹੋਣਾ, ਉਹ ਅੱਲਾ। ਤੇ ਵਾਕਈ ਮੇਰੀਆਂ ਲੱਤਾਂ ਕੱਟੀ ਗਈ ਪਹਿਲੋਂ ਇੱਕ। ਤੇ ਵਾਕਈ ਮੈਂ ਕਹਿੰਦਾ ਨਾ ਬੜਾ ਪਰੇਸ਼ਾਨ ਹਾਂ, ਜੋ ਲੱਤ ਕੱਟੀ ਕੀ ਬਣੇਗਾ, ਕੀ ਹੋਏਗਾ। ਮਗਰ ਜਿਸ ਤਰ੍ਹਾਂ ਅੱਲਾਹ ਤਾਲਾ ਪਾਉਂਦਾ ਨਾ, ਤੇ ਅੱਲਾਹ ਤਾਲਾ ਉਹਦਾ ਹੱਲ ਵੀ ਕੱਢ ਕੇ ਰੱਖਦਾ। ਤੇ ਬਾਕੀ ਆਸਤਾ ਜਦੋਂ ਫਿਰ ਮੈਂ ਸਰਕਾਰੀ ਹਸਪਤਾਲ ਦਾਖਲ ਹੋਇਆ ਡਾਕਟਰ ਅਜਮਲ ਕੋਲ ਆਪਣੇ ਗੋਇਰੇ 'ਚ, ਆਪਰੇਸ਼ਨ ਉਹਨੇ ਬਿਲਕੁਲ ਸਹੀ ਕੀਤਾ। ਮਗਰ ਜਿਹੜਾ ਹਸਪਤਾਲ 'ਚ ਪੱਟੀਆਂ ਕਰਦਾ ਸੀ ਉਹਦਾ ਨਾਲ ਲਿਆਸ ਨਵੇਂ ਲਾਹੌਰ ਦਾ ਹੈ। ਉਹ 20 ਦਿਨ ਮੈਂ ਹਸਪਤਾਲ ਰਿਹਾ ਵਾਂ। ਮੈਂ ਉਹਦੇ ਲੰਬੇ ਪਿਆ ਰਹਿੰਦਾ ਸਾਂ। ਮੈਂ ਆਪਣੇ ਪੈਰ ਨੂੰ ਦੇਖਣ ਨਹੀਂ ਸੀ ਜਾਂਦਾ। ਮੈਨੂੰ ਮੇਰਾ ਪੈਰ ਕਹਿੰਦਾ ਆਪਰੇਸ਼ਨ ਕੀਤਾ ਸੀ ਨਾ, ਉਹਨਾਂ ਨੇ ਸਾਰਾ ਹੱਡੀ ਤੱਕ ਮਾਸ ਖਰੋਚ ਛੱਡਿਆ ਸੀ। ਉਹ ਪੱਟੀ ਕਰਦਾ ਰਿਹਾ। ਮੈਂ ਆਪਣੇ ਪੈਰ ਨੂੰ ਨਹੀਂ ਸੀ ਦੇਖਦਾ, ਮੈਂ ਲੰਮੇ ਪੈ ਜਾਂਦਾ ਸਾਂ। ਉਹ ਦੱਸਾਂ ਗਰਮ ਪੱਟੀ ਕਰਦੇ ਸੀ। ਉਹ ਮੇਰਾ ਕਹਿਣਾ ਪੈਰ ਦੀ ਚਮੜੀ ਜਿਹੜੀ ਨਾ, ਉਹ ਡਾਕਟਰ ਨੇ ਲਿਆਸ ਨੇ ਮੇਰੀ ਪੈਰ ਦੀ ਚਮੜੀ ਗਾਲ ਦਿੱਤੀ। 20 ਦਿਨਾਂ ਦੇ ਵਿੱਚ ਮੈਨੂੰ ਦਰਦ ਹੁੰਦੀ ਸੀ, ਸਾਲ ਵੀ ਪੈਂਦਾ ਸੀ। ਮੈਂ ਆਪਣੀ ਬੇਗਮ ਨੂੰ ਦੱਸਦਾ ਸਾਂ ਐਂ ਜਿਵੇਂ ਮੈਂ ਤੰਦੂਰ 'ਚ ਪੈਰ ਪਾ ਦਿੱਤਾ। ਉਹ ਕਹਿੰਦੀ ਨਹੀਂ, ਮੈਂ ਵੀ ਸੋਚਦਾ ਸਾਂ ਤੇ ਕੀ ਬਣਦਾ, ਕਿਉਂ ਪੈਰ ਸੜਦਾ। ਮਗਰ ਡਾਕਟਰ ਪੱਟੀ ਕਰਦਾ ਰਿਹਾ। ਉਹਨੇ ਮੈਨੂੰ ਇੰਨਾ ਨਹੀਂ ਦੱਸਿਆ ਤੇ ਤੇਰੇ ਪੈਰ ਦੀ ਚਮੜੀ ਆਸਤਾ ਆਸਤਾ ਗਲਦੀ ਪਈ ਹੈ। ਜਦੋਂ ਫਿਰ ਮੈਂ ਘਰ ਆਪਣੇ ਆਇਆ ਵਾਂ, ਮੈਨੂੰ ਉਹਨਾਂ ਨੇ ਕਿਹਾ ਸੀ ਪੱਟੀ ਡੇਲੀ ਕਰਾਉਣੀ ਹੈ। ਮੈਂ ਪੱਟੀ ਕਰਾ ਲਈ, ਡਾਕਟਰ ਬੁਲਾਇਆ ਮੇਰੇ ਇੱਥੇ ਨਜ਼ਦੀਕ ਹੀ ਹੈ। ਉਹ ਕਹਿੰਦਾ ਜੀ ਤੇਰਾ ਪੈਰ ਕਹਿੰਦਾ। ਉਹਨਾਂ ਨੇ ਜਦੋਂ ਪੱਟੀ ਖੋਲੀ ਤੇ ਉਹ ਘਰ ਦੇ ਉਹ ਹਸਪਤਾਲ 'ਤੇ ਮੈਂ ਦੇਖਦਾ ਨਹੀਂ, ਜਦੋਂ ਘਰ ਡਾਕਟਰ ਨੇ ਆ ਕੇ ਦੇਖਿਆ, ਕਹਿੰਦਾ ਜੀ ਤੇਰੇ ਪੈਰ ਦੀ ਚਮੜੀ ਸਾਰੀ ਗਲ ਗਈ। ਮੈਂ ਦੇਖਿਆ ਵਾਕਈ ਸਾਰੀ ਗਲ ਗਈ, ਥੱਲੇ ਨਾੜਾਂ ਨਜ਼ਰ ਆਉਣ ਲੱਗ ਪਈਆਂ ਸੀ, ਪੈਰ ਦੀਆਂ ਨਾੜਾਂ ਨਜ਼ਰ ਆਉਣ ਲੱਗ ਪਈਆਂ ਸੀ। ਫਿਰ ਦੱਸਾਂ ਜਦੋਂ ਨਾੜਾਂ ਨਜ਼ਰ ਆਉਣ ਲੱਗ ਪਈਆਂ ਨੇ ਤੇ ਮੈਂ ਫਿਰ ਦੱਸਾਂ ਪੱਟੀ ਪੁੱਟੀ ਕਰਾਉਂਦਾ ਰਿਹਾ। ਪੂਰਾ ਸਾਲ ਲੱਗਾ ਰਿਹਾ। ਮੇਰੇ ਜਿਹੜੇ ਆਪਣੇ ਭੈਣ ਭਰਾ ਜਾਂ ਮਹੱਲੇਦਾਰ ਜਾਂ ਕੋਈ ਵੀ ਹੈ, ਮੈਨੂੰ 300 ਦਾ ਟੀਕਾ ਸੁਬਾਹ ਲੱਗਦਾ ਸੀ, ਟੂ ਸਮਝਦਾ 300 ਦਾ ਸ਼ਾਮੀ ਲੱਗਦਾ ਸੀ। ਬਕਾਇਆ ਗੋਲੀਆਂ, ਬ੍ਰਿੰਟਨ, ਪਤਾ ਨਹੀਂ ਕਿਹੜੀਆਂ ਕਿਹੜੀਆਂ ਦਵਾਈਆਂ, ਮੈਂ ਮਹਿੰਗੀ ਤੋਂ ਮਹਿੰਗੀ। ਇਹ 1 ਲੱਖ ਦੀ ਗੱਲ ਕਰਨੀ ਜਦੋਂ ਹਾਂਜੀ 1 ਲੱਖ ਦੀ ਗੱਲ ਕਰਨਾ ਮੈਂ ਤੇ ਬੜੇ ਪੈਸੇ ਲਾਏ ਸੀ। ਮੰਜੀ ਤੇ ਉਦੋਂ ਬਹਿ ਗਏ ਸੀ ਤੁਸੀਂ, 1 ਲੱਖ ਗੱਡੀ ਕੰਮ ਛੱਡਤਾ, ਉਸ ਤੋਂ ਬਾਅਦ ਨਹੀਂ ਹੋ ਸਕਿਆ? ਫਿਰ ਨਹੀਂ, ਫਿਰ ਨਹੀਂ ਕੰਮ ਹੋ ਸਕਿਆ ਮੇਰੇ ਕੋਲ। ਜਦੋਂ ਮੈਂ ਰੇਹੜੀ ਲਾਉਂਦਾ ਰਿਹਾ ਰੇਹੜੀ, ਮੈਂ ਜਦੋਂ ਬਿਲਕੁਲ ਮੇਰਾ ਪੈਰ ਸੁੱਜ ਗਿਆ, ਮੈਂ ਘਰ ਪੈ ਗਿਆ, ਮੇਰੇ ਕੋਲ ਇੱਕ ਕਦਮ ਵੀ ਨਹੀਂ ਚੱਲਿਆ ਜਾਂਦਾ। ਫਿਰ ਆਸਾਂ ਡਾਲਾਂ ਕੋਲ ਪੱਟੀਆਂ ਕਰਾਉਂਦਾ ਰਿਹਾ। ਉਹ ਪੈਸੇ ਲੈਂਦੇ ਸੀ, ਪੈਸੇ ਲੈ ਕੇ ਤੇ ਆਰਾਮ ਨੂੰ ਕੋਈ ਨਹੀਂ ਸੌਂਦਾ। ਉਹ ਡਾਕਟਰ ਅਹਿਮਦ ਉਹਨੇ ਮੈਨੂੰ ਮਸ਼ਵਰਾ ਦਿੱਤਾ, ਕਹਿਣ ਲੱਗਾ ਤੂੰ ਗਰੀਬ ਆਦਮੀ, ਤੂੰ ਸਰਕਾਰੀ ਹਸਪਤਾਲ ਚਲੇ ਜਾ, ਉੱਥੇ ਤੇਰੇ ਐਕਸਰੇ ਵੀ ਹੋਣ ਦੇ, ਜੋ ਕੁਛ ਵੀ ਜੇ ਆਪਰੇਸ਼ਨ ਵੀ ਤੇਰਾ ਹੋਏਗਾ। ਮੈਂ ਉੱਥੇ ਦਾਖਲ ਹੋ ਗਿਆ। ਮਗਰ ਉਹ ਡਾਕਟਰ ਨੇ ਬਸ ਪੈਰ, ਡਾਕਟਰਾਂ ਦੀ ਕੁਤਾਈ ਹੈਗੀ ਇਹਦੇ ਵਿੱਚ ਯਾਨੀ? ਹਾਂਜੀ ਡਾਕਟਰ ਦੀ ਕੁਤਾਈ ਉਸ ਦੀ। ਡਾਕਟਰ ਅਜਮਲ ਸਾਹਿਬ ਨੇ ਆਪਰੇਸ਼ਨ ਬਿਲਕੁਲ ਸਹੀ ਕੀਤਾ ਸੀ। ਉਹ ਜਾਂ ਨਵੇਂ ਲਾਹੌਰ ਦਾ ਲਿਆ ਸੀ, ਉਹਨੇ ਪੈਰ ਸਾਲ ਮੇਰਾ ਪੈਰ ਦੀ ਇਹ ਤੇ ਉਦੋਂ ਖਰਾਬ ਹੋ ਗਏ ਇੱਕ ਮਸਲਾ। ਦੂਸਰੀ ਦਾ ਕਿਦੋਂ ਮਸਲਾ ਬਣਿਆ? ਫਿਰ ਦੂਸਰੀ ਦਾ ਮੈਂ ਵਿਸਾਖੀ ਦਾ ਤੁਰਦਾ ਰਿਹਾ ਘਰ। ਉਹ ਫਿਰ ਤੁਰਦਾ ਰਿਹਾ, ਮੈਂ ਆਪਣੇ ਗਲੀ 'ਚ ਜਾਂਦਾ ਰਿਹਾ, ਉੱਥੇ ਜਾ ਕਦੀ ਬਹਿ ਨਾ ਕਦੇ ਇੱਕ ਰਾਤ ਨੂੰ ਜਾਂਦਾ ਰਿਹਾ। ਬਾਅਦ 'ਚ ਕਹਿਣਾ ਐਸਾ ਵਕਤ ਆਇਆ, ਉਹ ਜਦੋਂ
ਮੈਂ ਇਹਦੇ ਕੋਲ ਪਾਲਿਸ ਜਦੋਂ ਮੈਂ ਪੋਟੀ ਵਗੈਰਾ ਕਰਨਾ ਸਾਂ ਕੁਰਸੀ ਤੇ ਬਹਿ ਕੇ ਉਹ ਲੱਤ ਜਦੋਂ ਥੱਲੇ ਰੱਖਣ ਲੱਗਣਾ ਸਾਂ ਮੇਰੀ ਨਾਲ ਜਿਹੜੀ ਹੈ ਨਾ ਖੂਨ ਬਹੁਤ ਨਿਕਲਦਾ ਹੁੰਦਾ ਸੀ। ਉਹ ਫਿਰ ਮੈਂ ਡਰ ਦੀ ਵਜ੍ਹਾ ਨਾਲ ਕਿਹਾ ਨਾ ਮੇਰੇ ਕੋਲ ਤੁਰਿਆ ਜਾਂਦਾ ਹੀ ਨਹੀਂ ਸੀ ਕਿਉਂ ਮੈਂ ਪੈਰ ਥੱਲੇ ਲਾਉਣਾ ਤਾਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਸੀ ਬੇਤਹਾਸ਼ਾ ਖੂਨ ਨਿਕਲਦਾ ਸੀ। ਮੈਂ ਵੀ ਪਰੇਸ਼ਾਨ ਹੋ ਜਾਂਦਾ ਸਾਂ ਮੇਰੇ ਘਰ ਵਾਲੇ ਵੀ। ਉਹ ਫਿਰ ਮੈਂ ਮੰਜੀ ਦੇ ਉੱਤੇ ਹੀ ਰਹਿਣਾ ਵਿਹੜੇ ਆਪਣੇ 'ਚ ਤੇ ਫਿਰ ਅੰਦਰ ਕਰ ਦੇਣਾ। ਤਕਰੀਬਨ 4 ਮਹੀਨੇ ਮੈਂ ਇਸ ਤਰ੍ਹਾਂ ਰਿਹਾ ਤੇ ਲੱਤ ਮੈਂ ਨਹੀਂ ਸੀ ਹਿਲਾਉਂਦਾ ਕਿਉਂ ਲੱਤ ਮੈਂ ਤਾਂ ਨਹੀਂ ਸੀ ਹਿਲਾਉਂਦਾ ਮੇਰਾ ਖੂਨ ਨਿਕਲਦਾ ਲੱਤ 'ਚੋਂ। ਉਹ ਫਿਰ ਦੂਸਰੀ ਲੱਤ ਦਾ ਪੱਠਾ ਝੁੜ ਗਿਆ ਮੇਰਾ। ਆ ਕਿਹੜੀ ਚੀਜ਼ ਹੁੰਦੀ ਹੈ ਕੋਣੀ ਕੋਣੀ ਗੋਡੇ ਦੇ ਉੱਤੇ ਗੋਡੇ ਤੋਂ। ਅੱਛਾ ਗੋਡੇ ਇਹ ਹੁਣ ਗੋਡੇ ਦੇ ਉੱਤੋਂ ਕੱਟੀਆਂ ਗਈਆਂ? ਹਾਂਜੀ ਇਹ ਕੀ ਕਹਿੰਦੇ ਇਹਨੂੰ ਕਹਿੰਦੇ ਨੇ ਗੋਡਾ। ਹਾਂ ਹਾਂ ਗੋਡੇ ਦੇ ਉੱਤੋਂ ਕੱਟੀ ਗਈਆਂ। ਗੋਡੇ ਦੇ ਫਿਰ ਮੇਰੇ ਗੋਡੇ ਥੱਲੇ ਪੱਠਾ ਜੁੜ ਗਿਆ ਲੰਮੇ ਪੈ ਕੇ ਸਿੱਧੀ ਨਾ ਕਰਨੀ ਨਾ ਵਰਜਿਸ਼ ਕਰਨੀ ਉਹ ਪੱਠਾ ਜੁੜ ਗਿਆ। ਤਕਰੀਬਨ ਮੈਂ 4 ਸਾਲ ਸਹੀ ਰਿਹਾ ਵਾਂ। ਬਾਅਦ ਚ ਕਿਹੜਾ ਮੈਂ ਫਿਰ ਪੱਠੇ ਰੁਕ ਗਏ ਸੀ ਲੱਤ ਮੇਰੀ ਸਿੱਧੀ ਨਹੀਂ ਸੀ ਹੁੰਦੀ। 4 ਸਾਲ ਰਿਹਾ ਵਾਂ ਮੰਜੀ ਤੇ ਫਿਰ ਤੇ ਬਾਅਦ ਚ ਮੇਰਾ ਖੂਨ ਪੈਰ ਦਾ ਬਲਾਕ ਹੋ ਗਿਆ। ਪੱਠੇ ਮੇਰੇ ਖਿੱਚੇ ਸੀ ਨਾ ਉਹ ਫਿਰ ਮੈਂ 2 ਮਹੀਨੇ ਗਿਆ ਨਾ ਪਹਿਲਾਂ ਥੋੜਾ ਮੇਰਾ ਉਂਗਲਾਂ 'ਚ ਖੂਨ ਆਇਆ ਫਿਰ ਆਸਾ ਤਾਂ ਸਾਰੀਆਂ ਉਂਗਲਾਂ 'ਚ ਆਇਆ ਫਿਰ ਮੇਰੀ ਪੈਰ ਦੀ ਤਲੀ ਥੱਲੇ ਆਉਣਾ ਸ਼ੁਰੂ ਹੋ ਗਿਆ। ਮੈਂ ਡਾਕਟਰ ਅਜਮਲ ਸਾਹਿਬ ਨੂੰ ਦੱਸ ਲਿਆ। ਉਹ ਮੰਦ ਬਰਫੀ ਵਾਲੇ ਕੋਲ ਬਹਿੰਦਾ ਰਾਤ ਦੇ ਟਾਈਮ ਖੂਫਤਾ ਦੇ ਹਸਪਤਾਲ 500 ਰੁਪਇਆ ਦੇਖਣ ਦੀ ਫੀਸ ਲੈਂਦਾ ਰਿਹਾ ਔਰ ਮੈਂ ਦਿੰਦਾ ਰਿਹਾ ਤੇ ਬਕਾਇਆ ਵਕਤੀ ਤੌਰ ਦਵਾਈਆਂ ਲਿਖ ਦਿੰਦਾ ਸੀ 1000-1500 ਦੀਆਂ ਮੈਂ ਉਹ ਵੀ ਖਾਂਦਾ ਰਿਹਾ। ਕਿੱਥੋਂ ਰਹੇ ਕਰਦੇ ਰਹੇ ਫਿਰ ਖਰਚਾ? ਤੁਹਾਡੇ ਹਾਲਾਤ ਉਹਨਾਂ ਦਿਨਾਂ ਜਿੰਨੇ ਤੰਗ ਹੋ ਗਏ? ਖਰਚਾ ਮੇਰਾ ਕੁਛ ਭੈਣਾਂ ਭਰਾ ਕੁਛ ਮਹੱਲੇਦਾਰ ਕੁਛ ਮੇਰੇ ਵਾਕਫ ਯਾਰ ਦੋਸਤ ਕਿਉਂ ਫਰੂਟ ਦੀ ਰੇਹੜੀ ਲਾਉਣਾ ਸਾਂ। ਹਾਂ ਤਲਕ ਵਾਸਤਾ ਸੀ ਉਹ ਮੇਰੇ ਘਰ ਆਣ ਕੇ ਜੋ ਉਹਨਾਂ ਕੋਲ ਹੋ ਸਕਦਾ ਸੀ ਮੇਰੀ ਮਦਦ ਕਰ ਜਾਂਦੇ ਸੀ ਤੇ ਮੈਂ ਆਪਣਾ ਇਲਾਜ ਲੂਜ ਜਾਂ ਟੀਕੇ ਵਗੈਰਾ ਮੈਂ ਲਵਾਉਂਦਾ ਰਿਹਾ ਆਪਣਾ ਬੜੀ ਕੇਅਰ ਕਰਦਾ ਰਿਹਾ ਮਗਰ ਅੱਲਾ ਨੂੰ ਨਹੀਂ ਸੀ ਮਨਜ਼ੂਰ ਤੇ ਦੂਸਰੀ ਲੱਤ ਵੀ ਕੱਟੀ ਗਈ ਹੈ। ਇਹ ਲੱਤ ਕੱਟੀ ਨੂੰ 5-6 ਮਹੀਨੇ ਹੋ ਗਏ ਨੇ। ਖਰੀੜ ਅਜੇ ਹੈ ਆਇਆ ਹੈ ਇਹ ਵੀ ਇਨਸ਼ਾਅੱਲਾ ਖਰੀਦ ਵੀ ਸਾਫ਼ ਹੋਏਗਾ। ਜ਼ਖਮ ਮੇਰਾ ਸਿਰਫ ਦਵਾਈਆਂ ਟੂਰ ਸਾਹਮਣੇ ਜਿਹੜਾ ਟੀਕਾ ਲੱਗਦਾ ਨੇ ਉਹ ਜ਼ਖਮ ਨੂੰ ਖੁਸ਼ਕ ਕਰਦਾ ਹੈ। ਇੱਕ ਰੇਸ਼ਾ ਨਹੀਂ ਪੈਂਦਾ। ਇਸ ਮਾਰਿਆ 300 ਦਾ ਟੀਕਾ ਉਸ ਟਾਈਮ 300 ਦਾ ਸ਼ਾਮੀ ਲੱਗਦਾ ਹੈ। ਇਸ ਟਾਈਮ ਹੁਣ ਜਿਹੜਾ ਖਰਚਾ ਹੋ ਰਿਹਾ ਤੁਹਾਡੇ ਤੇ ਕਿੰਨਾ ਕੁ ਹੋ ਰਿਹਾ ਅੰਦਾਜ਼ਨ? ਜਿਹੜਾ ਤੁਹਾਡੇ ਤੇ ਸਿਰਫ ਇਸ ਟਾਈਮ ਮੰਜੀ ਤੇ ਬੈਠੇ ਹੋਏ ਰਿਹਾ? ਮੰਜੀ ਤੇ ਤਕਰੀਬਨ ਮੇਰਾ ਡੇਲੀ ਗਿਆ ਸੀਗਾ। ਮੇਰੀ ਡਾਕਟਰ ਪੱਟੀ ਕਰਦਾ ਸੀ ਉਹ ਮੇਰਾ ਵਸਾਇਆ ਸੀ ਬਹੁਤ ਅੱਛਾ ਹੈ। ਉਹ ਮੇਰੇ ਕੋਲ ਕੋਈ ਪੈਸਾ ਨਹੀਂ ਸੀ ਲੈਂਦਾ। ਉੱਦਾਂ ਮੇਰਾ ਡੇਲੀ ਖਰਚਾ ਕਰਨਾ 500-600 ਦਾ ਤੁਹਾਨੂੰ ਦੱਸਾਂ ਨਾ 600 ਦਾ ਟੀਕੇ ਆਉਂਦੇ 300 ਦਾ ਉਹ ਟਾਈਮ 300 ਦਾ ਫਿਰ ਸ਼ਾਮੀ ਫਿਰ ਗੋਲੀਆਂ ਸੀ ਇੱਕ 90 ਰੁਪਏ ਦੀ ਇੱਕ ਉਹ ਖਾਂਦਾ ਰਿਹਾ। ਮੇਰਾ 800 ਜਾਂ 1000 ਰੁਪਇਆ ਖਰਚਾ ਹੁੰਦਾ ਸੀ ਮੇਰਾ ਡੇਲੀ ਦਾ ਖਰਚਾ। ਤੇ ਬਾਕੀ ਤਲਕ ਵਾਸਤੇ ਵਾਲੇ ਮੇਰੀ ਮਦਦ ਕਰਦੇ ਰਹੇ ਨੇ ਤੇ ਮੈਂ ਆਖਰ ਹੱਦ ਹੁੰਦੀ ਹੈ। 1 ਦਿਨ ਕਰਦੇ 2 ਦਿਨ ਕਰਦੇ ਸਾਰੇ ਕਹਿੰਦੇ ਚਲੋ ਹੁਣ ਕਿੰਨਾ ਚਿਰ ਕਰਨ ਬੰਦੇ ਬਸ ਹੋ ਜਾਂਦੀ। ਹਰ ਰਿਸ਼ਤੇਦਾਰ ਵੀ ਜਵਾਬ ਦੇ ਜਾਂਦੇ ਹਨ। ਹਾਂਜੀ ਤੇ ਇਸ ਟਾਈਮ ਹੁਣ ਆਵਾਮ ਕੋਈ ਕਰ ਰਹੇ ਤਾਵਨ ਮਾੜਾ ਮੋਟਾ ਕੋਈ? ਨਹੀਂ ਜੀ ਕਰਦੇ ਨੇ ਮਾੜੇ ਮੋਟੇ ਬਾਜ਼ਾਰ ਵਾਲੇ। ਮੈਂ ਜਾਣਾ ਵਾ ਮੇਰਾ ਮੁੰਡਾ ਛੋਟਾ ਹੈ ਸਾਈਕਲ ਦਾ ਚੱਕਰ ਚੁੱਕੋ ਲਾਵਾਂ ਵੀਲ ਚੇਅਰ ਸਾਈਕਲ ਤੇ ਜਾਣਾ ਯਾਨੀ ਕਿ ਮਿਲਣ ਦੇ ਬਹਾਨੇ ਚਲੇ ਜਾਂਦੇ ਕੋਈ ਨਾ ਕੋਈ ਤਾਵਨ ਕਰ ਦਿੰਦੇ ਕਿਉਂਕਿ ਹੁਣ ਜਿਹੜਾ ਬੰਦਾ ਮਿਹਨਤ ਕਰਦਾ ਰਿਹਾ ਮੰਗਣਾ ਉਹਦੇ ਵਾਸਤੇ ਬੜਾ ਮੁਸ਼ਕਲ ਹੈ। ਅੱਲਾ ਨਾ ਹੀ ਇਹ ਮੌਕਾ ਲਿਆਵੇ। ਸਾਰੇ ਬਾਜ਼ਾਰਾਂ ਨੂੰ ਪਤਾ ਜੀ ਉਹਨਾਂ ਨੂੰ ਪਤਾ ਹੈ ਮਿਹਨਤੀ ਰਿਹਾ ਹੈ ਕੋਈ ਬਸ ਐਪ ਨਹੀਂ ਹੈਗਾ। ਇਹਦੇ ਛੋਟੇ ਛੋਟੇ ਬੱਚੇ ਨੇ
ਇਹ ਫਰੂਟ ਦੀ ਰੇਹੜੀ ਲਾਉਂਦਾ ਸੀ 12-1 ਵਜੇ ਤੱਕ ਖਲੋਤਾ ਰਹਿੰਦਾ ਸੀ। ਮੈਂ ਕਿ ਸਾਰੇ ਰੇਹੜੀਆਂ ਨੇ ਖਲੋਂਦੇ ਨੇ ਉੱਥੇ ਰਾਤ ਨੂੰ ਸੌਦਾ ਵਿਕਦਾ ਇਸ ਮਨੇ ਖਲੋਂਦਾ ਰਿਹਾ ਤੇ ਸਾਰੇ ਮੇਰੇ ਭਰਾ ਜਾਣਦੇ ਹੋਣੇ ਰੇਹੜੀਆਂ ਵਾਲੇ, ਹਰ ਇੱਕ ਨੂੰ ਪਤਾ ਹੈ। ਤੇ ਡਾਕਟਰਾਂ ਨਾਲ ਕਿਤੇ ਗੱਲ ਹੋਈ ਤਾਂ ਕਹਿੰਦੇ ਵੀ ਦੋਵੇਂ ਹੁਣ ਦੂਸਰੀਆਂ ਨਕਲੀ ਲੱਤਾਂ ਜਿਹੜੀਆਂ ਕਹਿੰਦੇ ਜਾਂ ਚੱਲਣ ਚੁਲਣ ਵਾਸਤੇ ਲੱਗ ਸਕਦੀਆਂ ਕਿ ਨਹੀਂ, ਵੈਸੇ ਕੀ ਕਹਿੰਦੇ? ਤੇ ਮੈਂ ਤੇ ਕਹਿੰਦਾ ਵਾਂ ਜੇ ਮੇਰੀਆਂ ਦੋਨੇ ਲੱਤਾਂ ਲੱਗ ਸਕਦੀਆਂ ਨੇ ਤੇ ਮੈਂ ਤੇ ਅੱਲਾ ਦਾ ਸ਼ੁਕਰ ਅਦਾ ਕਰਾਂਗਾ। ਚਲੋ ਮੈਂ ਵੀ ਦੁਨੀਆ ਤੇ ਆ ਗਿਆ। ਉਹ ਅਸਲ ਤਾਂ ਨਹੀਂ ਹੋ ਸਕਦਾ, ਇੰਨਾ ਕੁ ਹੋ ਸਕਦਾ ਵੀ ਇਸ ਜਿਹੜੇ ਸਾਡੇ ਮਾਲੂਮਾਤ ਵੀ ਇੱਥੋਂ ਚੁੱਲ ਕੇ ਬਾਹਰ ਚਲੇ ਗਏ ਇੱਧਰ ਆ ਮੈਂ ਆਪਣੀ ਰੇਹੜੀ ਤੇ ਬਹਿ ਜਾ ਕਰਾਂ, ਥੋੜਾ ਚੱਲ ਗਏ, ਮਗਰ ਫੇਰ ਮੈਨੂੰ ਮੁਸ਼ਕਲ ਆਉਂਦੀ ਕਿਉਂ ਫੈਸਲਾਬਾਦ ਸੌਦਾ ਲਿਆਣਾ ਕਿਹੜਾ ਬੜਾ ਔਖਾ। ਨਹੀਂ, ਰੋਜ਼ੀ ਰੱਬ ਨੇ ਦੇਣੀ ਇਨਸ਼ਾਅੱਲਾ, ਅੱਲਾਹ ਬਿਹਤਰ ਦਊਗਾ। ਤੇ ਦੋਨੇ ਲੱਤਾਂ ਲੱਗ ਜਾਣ ਤੇ ਮੈਂ ਤੇ ਅੱਲਾਹ ਤਾਲਾ ਦਾ ਬੜਾ ਸ਼ੁਕਰ ਕਰਾਂਗਾ ਤੇ ਚਲੋ ਮੈਂ ਆਪਣੇ ਬੱਚਿਆਂ ਦਾ ਰਿਜ਼ਕ ਕਮਾ ਸਕਾਂਗਾ। ਤੁਸੀਂ ਆਪਣੀ ਜ਼ਬਾਨੀ ਕੋਈ ਹਕੂਮਤ ਪਾਕਿਸਤਾਨ ਨੂੰ ਇੱਕ ਪੈਗਾਮ ਦੇਣਾ ਚਾਹੁੰਦੇ ਕਿਉਂਕਿ ਉਹ ਵੀ ਪੈਗਾਮ ਉਹਨਾਂ ਤੱਕ ਵੀ ਪਹੁੰਚਣਾ ਆਪਣਾ? ਬਿਲਕੁਲ ਜੀ, ਮੇਰੀ ਲੱਤ ਜਦੋਂ ਕੱਢੀ ਮੈਂ ਕਦੀਰਵਾਨ ਨੂੰ ਵੀ ਕਿਹਾ, ਮੈਨੂੰ ਬਾਜ਼ਾਰ ਵਾਲੇ ਮੇਰੇ ਵਾਕਫ ਬੰਦੇ ਕਹਿੰਦੇ ਸੀ, ਕਹਿੰਦੇ ਤੂੰ ਬਾਜ਼ਾਰ ਆਉਣਾ ਹੈ, ਤੇਰੇ ਮਹੱਲੇ ਦਾ ਕੌਂਸਲਰ ਕਦੀਰਵਾਨ MP ਉਹ ਤੇਰਾ ਖਰਚਾ ਮਹੀਨੇ ਕਿਉਂ ਨਹੀਂ ਲੱਗੇਗਾ, ਤੇਰਾ ਖਰਚਾ ਤੂੰ ਉਹਦੇ ਕੋਲ ਜਾਈ। ਮੈਂ ਉਹਦੇ ਕੋਲ ਗਿਆ ਵਾ, ਉਹਨੇ ਮੈਨੂੰ ਕਦੀਰਵਾਨ ਨੇ ਵੀ ਕੋਈ ਤਾਵਨ ਨਹੀਂ ਕੀਤਾ। ਮੈਂ ਬੱਚੀ ਦੀ ਸ਼ਾਦੀ ਕੀਤੀ, ਮੈਨੂੰ ਕਹਿੰਦਾ ਸੀ ਮੈਂ ਹੈਲਪ ਕਰਾਂਗਾ, ਮਗਰ ਕੋਈ ਹੈਲਪ ਨਹੀਂ ਕੀਤੀ। ਕਹਿੰਦਾ ਸੀ 20,000 ਰੁਪਇਆ ਨਿਕਾਹਨਾਮਾ ਲਿਆਏਗਾ ਆਪਣੀ ਬੱਚੀ ਦਾ ਤੇ ਤੈਨੂੰ ਲੈ ਦਾਂਗਾ ਮੈਂ ਟੋਬਿਓ, ਤੇ ਉਹ ਵੀ 20,000 ਰੁਪਇਆ ਨਹੀਂ ਦਵਾਇਆ, ਸੋ ਉਲਟਾ ਮੇਰਾ 600-700 ਰੁਪਇਆ ਕੰਪਿਊਟਰ ਵਾਈਜ਼ ਕਹਿੰਦੇ ਸੀ ਨਿਕਾਹਨਾਮਾ ਕਰਾ ਕੇ ਲਿਆ ਕੰਪਿਊਟਰ। ਮੈਂ 2 ਮਹੀਨੇ ਕਮੇਟੀ ਘਰ ਜਾਂਦਾ ਰਿਹਾ, ਉਹ ਮੇਰੇ ਤਲਕ ਵਾਸਤੇ ਵਾਲੇ ਬੰਦੇ ਸੀ। ਐਵੇਂ ਜਾਣਾ ਬੜਾ ਮੁਸ਼ਕਲ ਆ ਫਿਰ ਤੁਹਾਡੇ? ਹਾਂਜੀ, ਬਹੁਤ ਮੁਸ਼ਕਲ ਸੀ ਤੇ ਉਹ ਬੰਦੇ ਹੈਗੇ ਸੀ ਵਾਕਫ, ਕਿਉਂ ਮੈਂ ਸ਼ਹਿਰਦਾਰ ਆ, ਉਹਨਾਂ ਨੇ ਮੈਨੂੰ ਕੰਪਿਊਟਰ ਆ ਜੀ। ਇਸ ਟਾਈਮ ਵਜ਼ੀਰ ਆਲਾ ਪਾਕਿਸਤਾਨ ਇਮਰਾਨ ਖਾਨ ਤੇ ਵਜ਼ੀਰ ਆਜ਼ਮ ਸਾਰਿਆਂ ਵਾਸਤੇ ਕੋਈ ਪੈਗਾਮ ਤਾਂ ਆਪਣੇ ਰਿਕਾਰਡ ਜ਼ਰੂਰ ਕਰਾਓ। ਮੈਂ ਤੇ ਕਹਿੰਦਾ ਜੀ ਮੇਰਾ ਕੋਈ ਹੈਲਪ ਵਗੈਰਾ ਕੀਤੀ ਜਾਏ, ਮੇਰੇ 7 ਬੱਚੇ ਨੇ, ਮੈਂ ਹੱਕਦਾਰ ਹਾਂ, ਦੋਨੇ ਲੱਤਾਂ ਮੇਰੀਆਂ ਨਹੀਂ ਹੈ। ਨਾਜ਼ਰੀਨ ਤੁਸੀਂ ਸੁਣੀਏ, ਬੜੀ ਦੁਖੀ ਦਾਸਤਾਨ ਹੈ। ਛੋਟੇ ਛੋਟੇ ਬੱਚੇ ਨੇ, ਬੰਦਾ ਮਿਹਨਤ ਕਰਦਾ ਹੋਏ, ਮਿਹਨਤ ਤੋਂ ਬਾਅਦ ਬੜਾ ਔਖਾ ਕੰਮ ਹੁੰਦਾ, ਵਿਹਲੇ ਬਹਿਣਾ ਹੀ ਔਖਾ ਬੰਦੇ ਨੂੰ, ਫਿਰ ਇੱਕ ਲੱਤ ਨਹੀਂ ਦੋਨੋਂ ਲੱਤਾਂ ਹੀ। ਮੈਨੂੰ ਪਿਆਰੇ ਪੈਗੰਬਰ ਦਾ ਪਿਆਰਾ ਫਰਮਾਨ ਯਾਦ ਆਇਆ। ਪਿਆਰੇ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ ਕਿ ਮੁਸਲਮਾਨ ਇੱਕ ਜਿਸਮ ਦੀ ਤਰ੍ਹਾਂ ਹੈ, ਇਹ ਜਿਸਮ ਦੇ ਇੱਕ ਹਿੱਸੇ ਨੂੰ ਤਕਲੀਫ ਹੋਏ ਨਾ ਤੇ ਸਾਰਾ ਜਿਸਮ ਬੇਚੈਨ ਹੁੰਦਾ। ਤੁਸੀਂ ਖੁਦ ਹੀ ਗੌਰ ਕਰੋ, ਤੁਹਾਡਾ ਨਾਖਨ ਦਰਦ ਕਰਦਾ ਹੋਏ, ਸਿਰਫ ਨਾਖਨ ਦਰਦ ਕਰਦਾ ਹੋਏ, ਸਾਰੀ ਰਾਤ ਨੀਂਦ ਨਹੀਂ ਆਉਂਦੀ, ਬੜੇ ਪਰੇਸ਼ਾਨ ਹੁੰਦੇ, ਦਾੜ ਦੀ ਦਰਦ ਹੋ ਜਾਏ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਜਿਨ੍ਹਾਂ ਦੀਆਂ ਲੱਤਾਂ ਹੀ ਨਾ ਹੋਣ ਉਹ ਕਿਵੇਂ ਰਾਤਾਂ ਗੁਜ਼ਾਰਦੇ ਨੇ? ਇਹ ਕਦੀ ਤਕਲੀਫ ਸੋਚੋ, ਕਦੀ ਗੌਰ ਕਰੋ। ਏਡਾ ਵੱਡਾ ਸਾਡਾ ਸ਼ਹਿਰ ਗੋਜਰਾ ਹੈ, ਹਰ ਘਰ ਥੋੜਾ ਥੋੜਾ ਤਾਵਨ ਕਰੇ, ਸਾਡੇ ਗੋਜਰੇ 'ਚੋਂ ਗਰੀਬੀ ਖਤਮ ਹੋ ਸਕਦੀ ਹੈ। ਸਾਡੀ ਆਵਾਜ਼ ਇਹੀ ਹੈ, ਸਾਡਾ ਪੈਗਾਮ ਇਹੀ ਹੈ, ਅਸੀਂ ਤੁਹਾਡੇ ਤੱਕ ਲੈ ਕੇ ਆਨੇ ਆ ਤਾਂ ਕਿ ਤੁਸੀਂ ਇਹਨਾਂ ਨਾਲ ਤਾਵਨ ਕਰੋ। ਜਿਹੜਾ ਨੰਬਰ ਸ਼ੋ ਹੋ ਰਿਹਾ ਨਾ ਸਕਰੀਨ ਤੇ, ਇਹਨਾਂ ਦਾ ਨੰਬਰ ਹੈ, ਤੁਸੀਂ ਇਸ ਨੰਬਰ ਤੇ ਰਾਬਤਾ ਕਰਨਾ ਨੇ। ਜੋ ਔਰ ਸਾਡੇ ਵਾਸਤੇ ਕੋਈ ਖਿਦਮਤ ਹੋਏ, ਕੋਈ ਨਹੀਂ ਆ ਸਕਦਾ, ਗੰਦਮ ਦੇਣਾ ਚਾਹੁੰਦਾ ਹੈ, ਅਸੀਂ ਉਹਦੇ ਕੋਲ ਲਿਆ ਕੇ ਇਹਨਾਂ ਘਰ ਪਹੁੰਚਾਵਾਂਗੇ। ਬਿਹਤਰ ਤੁਸੀਂ ਖੁਦ ਵੀ ਆਓ, ਮਿਲੋ ਵੀ, ਤਾਵਨ ਕਰੋ। ਇਸੇ ਨੰਬਰ ਤੇ ਇਹਨਾਂ ਦਾ ਇਨਸ਼ਾਅੱਲਾ ਅਸੀਂ ਅਕਾਊਂਟ, ਜਾਇਜ਼ ਅਕਾਊਂਟ ਵੀ ਬਣਾ ਦਾਂਗੇ ਤਾਂ ਕਿ ਤੁਸੀਂ ਖੁਦ ਹੀ ਆਪਣੇ ਅਕਾਊਂਟ 'ਚੋਂ, ਹਰ ਬੰਦਾ ਅਕਾਊਂਟ ਚਲਾ ਰਿਹਾ ਹੈ, ਅਕਾਊਂਟ ਤੇ ਸੈਂਡ ਕਰਨਾ ਹੈ। ਤੇ ਇੱਕ ਕੰਮ ਤੁਸੀਂ ਹੋਰ ਕਰਨਾ ਹੈ, ਕੁਝ ਵੀ ਤਾਵਨ ਨਹੀਂ ਨਾ ਕਰ ਸਕਦੇ, ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤਾਂ ਕਿ ਇਹਨਾਂ ਦਾ ਪੈਗਾਮ, ਇਹਨਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚੇ। ਇਸ ਸ਼ਹਿਰ ਦੇ ਅੰਦਰ ਰਹਿਣ ਵਾਲੇ ਹੋਣ ਜਾਂ ਦੂਸਰੇ ਸ਼ਹਿਰਾਂ ਦੇ ਅੰਦਰ ਹੋਣ, ਕਿਸੇ ਵੀ ਦੁਨੀਆ ਦੇ ਕਿੱਥੇ ਵੀ ਸੁਣਨ ਵਾਲਾ ਕੋਈ ਪ੍ਰੋਗਰਾਮ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਤਾਵਨ ਜ਼ਰੂਰ ਕਰਨਾ ਹੈ। ਪਿਆਰੇ ਪੈਗੰਬਰ ਦੇ ਫਰਮਾਨ ਦੇ ਮੁਤਾਬਿਕ ਜਿਸਮ ਦੀ ਤਰ੍ਹਾਂ ਹੈ, ਇੱਕ ਜਿਸਮ ਜੈਸੇ ਹਿੱਸਾ ਬਿਮਾਰ ਹੋਏ, ਪਰੇਸ਼ਾਨ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਡੇ ਇੱਕ ਜਿਸਮ ਦਾ ਹਿੱਸਾ ਨੇ ਇਸ ਸਾਡੇ ਅਜ਼ੀਜ਼ ਨੇ ਭਾਈ ਅਕਰਮ ਸਾਹਿਬ। ਸਾਡੇ ਛੋਟੇ ਛੋਟੇ ਬੱਚੇ, ਮੈਂ ਤੇ ਦੇਖ ਕੇ ਹੈਰਾਨ, ਅੱਜ ਘਰ ਆਏ ਤੇ ਛੋਟੇ ਛੋਟੇ ਬੱਚੇ ਆ। ਸਾਨੂੰ ਇੱਕ ਤਨਖਾਹ ਨਾ ਮਿਲੇ ਘਰੋਂ ਰੋਜ਼ਾਨਾ 1 ਮਹੀਨੇ ਦੀ, ਇੰਨੀ ਕੁ ਪਰੇਸ਼ਾਨੀ ਹੁੰਦੀ, ਇੰਨਾ ਕੁ ਤੰਗੀ ਆ ਜਾਂਦੀ ਹੈ। ਜਿਨ੍ਹਾਂ ਦਾ ਘਰ ਕਮਾਉਣ ਵਾਲਾ ਬੈਠਾ ਹੋਏ ਤੇ ਉਹਨਾਂ ਦੇ ਦਿਨ ਕੈਸੇ ਹੋਣਗੇ? ਇਸ ਵਾਸਤੇ ਲਾਜ਼ਮੀ ਤੁਸੀਂ ਕਰਨਾ ਹੈ ਤਾਵਨ। ਪਹਿਲੇ ਵੀ ਮੁਹਤਰਮ ਆਸਮ ਸਾਹਿਬ ਦਾ ਇੰਟਰਵਿਊ ਲਿਆ, ਤੁਸੀਂ ਬੜਾ ਤਾਵਨ ਕੀਤਾ, ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਅਦਾ ਕਰਨਾ। ਲੇਕਿਨ ਅੱਜ ਤੁਸੀਂ ਖਾਸ ਤੌਰ ਤੇ ਵੀਡੀਓ ਵੀ ਪੂਰੀ ਦੇਖ ਕੇ ਤੇ ਇਸ ਨੰਬਰ ਤੇ ਰਾਬਤਾ ਕਰਕੇ, ਕੁਝ ਵੀ ਨਹੀਂ ਕਰ ਸਕਦੇ, ਕਮ ਸੇ ਕਮ ਫੋਨ ਤੇ ਗੱਲ ਇੱਕ ਵਾਰੀ ਕਰਕੇ ਹਾਲਾਤ ਤੁਸੀਂ ਖੁਦ ਪੁੱਛ ਸਕਦੇ ਹੋ। ਅਸੀਂ ਕਸਮ ਖਾ ਸਕਦੇ ਹਾਂ, ਗਰੰਟੀ ਦੇ ਸਕਦੇ ਹਾਂ, ਵਾਕਈ ਹੱਕਦਾਰ ਬੰਦੇ ਨੇ। ਇੱਕ ਹੁੰਦਾ ਮੰਗਣ ਵਾਲੇ, ਤੁਸੀਂ ਮਹੱਲਿਆਂ 'ਚ ਬੱਸਾਂ 'ਚ ਮੰਗਣ ਵਾਲੇ, ਜਿਹੜੇ ਨਸ਼ਈ ਲੋਕ, ਉਹਨਾਂ ਨੂੰ ਦੇਈ ਜਾਂਦੇ ਹੋ। ਸ਼ਾਦੀਆਂ ਵਿਆਹਾਂ ਤੇ ਇੰਨਾ ਫਜ਼ੂਲ ਖਰਚੀਆਂ ਕਰੀ ਜਾਂਦੇ ਕਿ ਇਹਨਾਂ ਵਾਸਤੇ ਕੁਝ ਨਹੀਂ ਤੁਹਾਡੇ ਕੋਲ, ਇਹਨਾਂ ਵਾਸਤੇ ਲਾਜ਼ਮੀ ਤਾਵਨ ਕਰਨਾ ਹੈ। ਤੇ
ਇਨਸ਼ਾਅੱਲਾ ਅਸੀਂ ਇਹਨਾਂ ਵਾਸਤੇ ਸਾਡੇ ਕੋਲ ਵੀ ਜਿਹੜਾ ਹੋਇਆ ਇੱਕ ਦੋਸਤ ਮਿਲੇ ਨੇ, ਉਹਨੇ ਕਿਹਾ ਸੀ ਲੱਤਾਂ ਵਾਸਤੇ ਕੋਈ ਜਿਹੜਾ ਬਣੀਆਂ ਬਣਾਈਆਂ ਮਿਲਦੀਆਂ ਉਹ ਸੈੱਟ ਕਰਾਉਣ ਦੀ ਕੋਸ਼ਿਸ਼ ਕਰੂੰ, ਪੈਸੇ ਦੇ ਦਾਂਗੇ, ਕਹਿੰਦੇ ਕਰਾ ਤੁਸੀਂ ਖੁਦ ਲਿਓ। ਇਨਸ਼ਾਅੱਲਾ ਅਸੀਂ ਕਰਾਂਗੇ। ਇਹਨਾਂ ਦੇ ਬੱਚੇ ਵੀ ਸਾਡੇ ਛੋਟੇ ਭਾਈ ਵੀ ਆ, ਬੇਟੇ ਵੀ ਆ, ਇਹਨਾਂ ਦੇ ਬੇਟੀਆਂ ਸਾਡੀਆਂ ਵੀ ਭੈਣਾਂ ਨੇ, ਤੇ ਇਹ ਸਾਡੇ ਦੋਸਤ ਵੀ ਆ, ਬਜ਼ੁਰਗ ਵੀ ਆ, ਵੱਡੇ ਵੀ ਆ, ਸਾਡੇ ਵਾਲਿदैन ਦੀ ਜਗ੍ਹਾ ਤੇ ਨੇ। ਇਨਸ਼ਾਅੱਲਾ ਸਾਡੇ ਕੋਲ ਜੋ ਵੀ ਹੋ ਸਕਿਆ ਅਸੀਂ ਵੀ ਕਰਾਂਗੇ, ਤੁਸੀਂ ਲਾਜ਼ਮੀ ਭੁੱਲਣਾ ਨਹੀਂ। ਤੇ ਮੈਂ ਆਖਰ ਤੇ ਸਾਡੇ ਨਾਲ ਦੋਸਤ ਆਏ ਨੇ ਨਈਮ ਸਾਹਿਬ, ਜਿਨ੍ਹਾਂ ਨੇ ਇਹ ਖੈਰ ਖਾਈ ਕੀਤੀ। ਸਭ ਤੋਂ ਜ਼ਿਆਦਾ ਕ੍ਰੈਡਿਟ ਇਹਨਾਂ ਨੂੰ ਜਾਂਦਾ ਹੈ ਕਿ ਜਿਹੜੇ ਸਾਡੇ ਘਰ ਇਹਨਾਂ ਦੇ ਘਰ ਤੱਕ ਲੈ ਕੇ ਆਏ। ਮੈਨੂੰ ਕੀ ਪਤਾ ਸੀ ਇਹ ਇਸ ਘਰ 'ਚ ਤਾਂ ਪਰੇਸ਼ਾਨ ਲੋਕ ਨੇ। ਇਹ ਵੀ ਆਪਣੇ ਤੁਹਾਨੂੰ ਕੀ ਪੈਗਾਮ ਦੇਣਾ ਚਾਹੁੰਦੇ ਨੇ ਉਹ ਵੀ ਨੋਟ ਸੁਣੋ। ਤੇ ਫੋਨ ਨੰਬਰ ਚਾਹੀਦਾ ਮੇਰੇ ਨਾਲ ਜੀ। अस्सलाम वालेकुम जी। मैं ਤੁਹਾਨੂੰ ਸਭ ਦੋਸਤਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਭਾਈ ਮੁਹੰਮਦ ਅਕਰਮ ਸਾਹਿਬ ਮੁਹੱਲਾ ਸ਼ਰੀਫਪੁਰਾ ਗਲੀ ਨੰਬਰ 7 ਦੇ ਵਿੱਚ ਰਹਿਣ ਵਾਲੇ ਨੇ। ਇਹ ਤਕਰੀਬਨ ਅਰਸਾ 4 ਸਾਲ ਤੋਂ ਇਹ ਮਜ਼ਦੂਰੀ ਦੀ ਹਾਲਤ ਦੇ ਵਿੱਚ ਨੇ। ਪਹਿਲੇ ਇਹਨਾਂ ਦੀ ਇੱਕ ਲੱਤ ਖਰਾਬ ਹੋਈ ਸੀ ਤੇ ਮੈਨੂੰ ਇੱਕ ਦੋਸਤ ਨੇ ਦੱਸਿਆ ਸੀ, ਮੇਰਾ ਦੋਸਤ ਆ ਮੁਹੰਮਦ ਆਸਫ, ਇਸੇ ਮੁਹੱਲੇ 'ਚ ਰਹਿੰਦੇ ਸੀਗੇ, ਤੇ ਉਹਨਾਂ ਨੇ ਦੱਸਿਆ ਸੀਗਾ ਕਿ ਜੀ ਇਹਨਾਂ ਦਾ ਨਾ ਸ਼ੂਗਰ ਦੀ ਵਜ੍ਹਾ ਨਾਲ ਇੱਕ ਲੱਤ ਇਹਨਾਂ ਦੀ ਕੱਟੀ ਗਈ ਜੀ। ਤੇ ਮੈਨੂੰ ਦਿਲੀ ਦੁੱਖ ਹੋਇਆ ਸੁਣ ਕੇ ਇਹਨਾਂ ਦੇ ਬਾਰੇ ਕਿ ਮਾਸ਼ਾਅੱਲਾ ਚੰਗਾ ਭਲਾ ਆਪਣਾ ਕਾਰੋਬਾਰ ਸੀਗਾ, ਰੇਹੜੀ ਵਗੈਰਾ ਆਪਣਾ ਲਗਾਉਂਦੇ ਸੀਗੇ ਫਰੂਟ ਦੀ, ਤੇ ਉਹ ਯਕਦਮ ਬੈਠ ਕੇ ਘਰ ਦਾ ਸਰਕਲ ਸਾਰਾ ਇਹਨਾਂ ਦਾ ਜਾਮ ਹੋ ਗਿਆ। ਤੇ ਉਹ ਜੀ ਇਸ ਕਰਕੇ ਫਿਰ ਮੈਂ ਜਿੰਨੀ ਵੀ ਮੇਰੇ ਕੋਲ ਹੋ ਸਕਦੀ ਸੀਗੀ ਇਹਨਾਂ ਦੀ ਹੈਲਪ ਅਲਹਮਦੁਲਿਲਾ ਅੱਲਾ ਦੀ ਰਜ਼ਾ ਵਾਸਤੇ ਕੀਤੀ, ਕਿਸੇ ਨੂੰ ਦਿਖਾਵੇ ਵਾਸਤੇ ਕੋਈ ਨਹੀਂ। ਤੇ ਅਲਹਮਦੁਲਿਲਾ ਮੈਂ ਅੱਲਾ ਆਪਣੇ ਨੂੰ ਰਾਜ਼ੀ ਕਰਨ ਵਾਸਤੇ ਕੀਤਾ। ਤੇ ਮੇਰੇ ਦਿਲ 'ਚ ਹੁਬ ਉੱਠੀ ਸੀ ਕਿ ਯਾਰ ਇਹਨਾਂ ਦਾ ਇੱਕ ਪੈਗਾਮ ਜਿਹੜਾ ਤੁਹਾਡੇ ਲੋਕਾਂ ਤੱਕ ਪਹੁੰਚਾ ਦਈਏ ਕਿ ਕਮ ਸੇ ਕਮ ਤੁਸੀਂ ਜਿੰਨੇ ਵੀ ਆਪਣਾ ਅੱਲਾ ਦੀ ਰਾਹ ਤੇ ਦੇਣਾ, ਦੇਖੋ ਜੀ ਉਹਨਾਂ ਦੀ ਇਹ ਲੋਕ ਮੰਗਣ ਵਾਲੇ ਨਹੀਂ ਹੈਗੇ। ਮੈਂ ਇਸ ਗੱਲ ਦੀ ਕਸਮ ਦੇ ਸਕਦਾ ਹੈਗਾ ਖੁਦ ਵੀ। ਇਹ ਬੰਦਾ ਬਹੁਤ ਹੀ ਜ਼ਿਆਦਾ ਮਿਹਨਤੀ ਬੰਦਾ ਸੀਗਾ, ਮਿਹਨਤੀ ਬੰਦਾ ਸੀ। ਸਾਡਾ ਗੋਜਰਾ ਸ਼ਹਿਰ ਇਸ ਗੱਲ ਦੀ ਗਵਾਹੀ ਦਿੰਦਾ ਹੈਗਾ। ਤੇ ਇਹ ਬਿਲਕੁਲ ਹੱਕਦਾਰ ਨੇ, 100% ਹੱਕਦਾਰ ਨੇ, ਕਿਉਂਕਿ ਇਹੋ ਜਿਹੇ ਬੰਦਿਆਂ ਦੀ ਹੈਲਪ ਕੀਤੀ ਹੋਈ ਅੱਲਾਹ ਤਾਲਾ ਢੇਰ ਸਾਰਾ ਖੁਸ਼ ਹੁੰਦਾ ਹੈਗਾ ਆਪਣੇ ਬੰਦੇ ਤੋਂ ਕਿ ਯਾਰ ਮੇਰਾ ਬੰਦੇ ਨੇ ਮੇਰੇ ਇੱਕ ਬੰਦੇ ਦੀ ਹੈਲਪ ਕੀਤੀ ਕਿ ਉਹ ਮਜ਼ਦੂਰੀ ਦੀ ਹਾਲਤ 'ਚ ਘਰ ਬੈਠਾ ਹੈਗਾ, ਉਹ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਂਦਾ। ਤੇ ਉਹਦੇ ਛੋਟੇ ਛੋਟੇ ਬੱਚੇ ਨੇ, 7 ਬੱਚੇ ਨੇ, ਉਹਦੇ 3 ਬੱਚੀਆਂ ਤੇ 4 ਬੱਚੇ ਨੇ ਉਹਦੇ। ਤੇ ਅੱਲਾਹ ਤਾਲਾ ਦੀ ਰਜ਼ਾ ਵਾਸਤੇ ਤੁਹਾਡੇ ਕੋਲ ਜਿੰਨਾ ਵੀ ਹੋ ਸਕਦਾ ਇਹਨਾਂ ਨਾਲ ਤਾਵਨ ਕਰੋ। ਇਹ ਬਿਲਕੁਲ ਹੱਕਦਾਰ ਨੇ। ਪਹਿਲੇ ਇਹਨਾਂ ਦੀ ਇੱਕ ਲੱਤ ਮਜ਼ਦੂਰ ਹੋਈ ਸੀਗੀ, ਕੱਟੀ ਗਈ ਸੀਗੀ ਸ਼ੂਗਰ ਦੀ ਵਜ੍ਹਾ ਨਾਲ, ਤੇ ਹੁਣ ਇਹਨਾਂ ਦੀ ਦੂਸਰੀ ਲੱਤ ਵੀ ਸ਼ੂਗਰ ਦੀ ਵਜ੍ਹਾ ਨਾਲ ਹੀ ਕੱਟੀ ਗਈ। ਤੇ ਹੁਣ ਇਹ 4 ਦੇ ਉੱਤੇ ਬੈਠੇ ਨੇ। ਤੇ ਛੋਟਾ ਬੱਚਾ ਹੈਗਾ ਇਹਨਾਂ ਦਾ, ਥੋੜਾ ਵੀਲ ਚੇਅਰ ਤੇ ਇਹਨਾਂ ਨੂੰ ਬਾਹਰ ਘੁਮਾਉਣ ਫਿਰਾਉਣ ਵਾਸਤੇ ਲੈ ਜਾਂਦਾ। ਤੇ ਤੁਹਾਡੇ ਲੋਕਾਂ ਵਾਸਤੇ, ਤੁਹਾਡੇ ਲੋਕਾਂ ਅੱਗੇ ਰਿਕਵੈਸਟ ਹੈਗੀ ਆ, ਮੌਤਬਾਨਾ ਰਿਕਵੈਸਟ ਹੈਗੀ ਆ ਕਿ ਇਹਨਾਂ ਨਾਲ ਤੁਸੀਂ ਜਿੰਨਾ ਵੀ ਵੱਧ ਚੜ ਕੇ ਹੋ ਸਕੇ ਤਾਵਨ ਵੀ ਕਰੋ ਔਰ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ, ਕਿਉਂਕਿ ਇਹ ਸਦਕਾ ਜਾਰੀਆ ਹੈਗਾ। ਸਦਕਾ ਜਾਰੀਆ ਦਾ ਮਤਲਬ ਇਹ ਹੁੰਦਾ ਤੁਸੀਂ ਕਿਸੇ ਨੂੰ ਭੇਜੋਗੇ ਅੱਲਾਹ ਤਾਲਾ ਤੁਹਾਨੂੰ ਵੀ ਸਵਾਬ ਮਿਲੇਗਾ, ਇਸ ਚੀਜ਼ ਦਾ ਦੇਗਾ ਇਨਸ਼ਾਅੱਲਾ। ਮੇਰਾ ਈਮਾਨ ਹੈਗਾ। ਔਰ ਮੈਂ ਜਦੋਂ ਦੀ ਇਹਨਾਂ ਦੀ ਕਰ ਰਿਹਾ ਨਾ ਅਲਹਮਦੁਲਿਲਾ ਜਿੰਨੀ ਵੀ ਮੇਰੇ 'ਚ ਹੁੰਦੀ ਆ ਗੁੰਜਾਇਸ਼ ਮੈਂ ਅਲਹਮਦੁਲਿਲਾ ਕਰਕੇ ਜਾਨਾ। ਮੈਂ ਕਿਸੇ ਨੂੰ ਸੁਣਾਈ ਨਹੀਂ ਕਰ ਰਿਹਾ। ਮੈਂ ਤੁਹਾਨੂੰ ਦੋਸਤਾਂ ਨੂੰ ਦਾਵਤ ਦੇ ਰਿਹਾ ਇਸ ਚੀਜ਼ ਦੀ ਕਿ ਇੱਕ ਦਫਾ ਇੱਕ ਮਸਜਿਦ ਸੀ ਤੇ ਤਾਮੀਰ ਹੋ ਰਹੀ, ਤੇ ਇੱਕ ਬੰਦਾ ਕਹਿੰਦਾ ਮੈਂ ਖੁਦ ਹੀ ਕਰਾਂਗਾ, ਮੈਂ ਕਿਸੇ ਦਾ ਤਾਵਾ ਨਹੀਂ ਲੈਣਾ। ਤੇ ਉਹ ਮਸਜਿਦ ਤਾਮੀਰ ਕਰ ਲਈ ਤੇ ਖਾਬ ਦੇ ਵਿੱਚ ਦੇਖਿਆ ਕਿ ਉਹਦੇ 'ਚ ਇੱਕ ਮਸਜਿਦ 'ਚ ਨਾ ਇੱਕ ਗਰੀਬ ਬਾਬੇ ਨੇ ਇੱਕ ਇੱਟ ਲਗਾ ਦਿੱਤੀ ਸੀਗੀ। ਤੇ ਉਸ ਅਮੀਰ ਬੰਦੇ ਨੇ ਦੇਖਿਆ ਕਿ ਯਾਰ ਜੰਨਤ ਦੇ ਵਿੱਚ 2 ਮਹਿਲ ਬਣੇ ਨੇ, 2 ਮਹਿਲ ਬਣੇ ਤੇ ਮਸਜਿਦ ਤਾਂ ਸਾਰੀ ਮੈਂ ਬਣਾਈ ਹੈ, ਦੂਜਾ ਮਹਿਲ ਕਿੱਦਾਂ ਬਣ ਗਿਆ? ਤੇ ਆਵਾਜ਼ ਆਈ ਗੈਬ 'ਚੋਂ ਕਿ ਇੱਕ ਬਜ਼ੁਰਗ ਨੇ 2 ਇੱਟਾਂ ਲਗਾਈਆਂ ਸੀਗੀਆਂ, 2 ਇੱਟਾਂ ਦੀ ਵਜ੍ਹਾ ਨਾਲ ਉਦੋਂ ਤੁਹਾਡੇ ਜਿੰਨਾ ਮਹਿਲ ਦਾ ਸਵਾਬ ਮਿਲ ਗਿਆ। ਤੇ ਮੈਨੂੰ ਤੁਹਾਨੂੰ ਕਹਿਣ ਦਾ ਮਿਸਾਲ ਦੇਣ ਦਾ ਮਕਸਦ ਇਹ ਹੈਗਾ ਕਿ ਤੁਸੀਂ ਇਹਨਾਂ ਨਾਲ ਤਾਵਨ ਕਰੋਗੇ, ਇਨਸ਼ਾਅੱਲਾ ਤੁਹਾਡਾ ਵੀ ਅੱਲਾਹ ਤਾਲਾ ਜੰਨਤ 'ਚ ਕੋਈ ਨਾ ਕੋਈ ਮਕਾਮ ਬਿਲਕੁਲ ਬਣਾਏਗਾ। ਮੇਰਾ ਈਮਾਨ ਹੈਗਾ ਇਸ ਚੀਜ਼ ਤੇ ਕਿ ਤੁਸੀਂ ਦੋਸਤ ਜਿਤਨੇ ਵੀ ਹੈਗੇ ਆ ਇਹਨਾਂ ਨੂੰ ਬਿਲਕੁਲ ਤੁਸੀਂ ਤਾਵਨ ਕਰੋਗੇ ਇਹਨਾਂ ਨਾਲ। ਇਹ ਹੱਕਦਾਰ ਬੰਦੇ ਹੈਗੇ। ਇਹ ਵੀਡੀਓ ਨੂੰ ਸ਼ੇਅਰ ਵੀ ਕਰਿਓ, ਲਾਈਕ ਵੀ ਕਰਿਓ। ਬਹੁਤ ਸ਼ੁਕਰੀਆ। अस्सलाम वालेकुम व रहमतुल्लाह। ਨਾਜ਼ਰੀਨ ਅਸੀਂ ਜਾਂਦੇ ਜਾਂਦੇ ਇਹਨਾਂ ਕੋਲ ਪੁੱਛ ਲਈ ਘਰ ਦਾ ਖਰਚਾ ਵਗੈਰਾ ਕਿੰਨਾ, ਕਿਉਂਕਿ ਜ਼ਰੂਰੀ ਨਹੀਂ ਤੁਸੀਂ ਪੈਸੇ ਭੇਜੋ। ਇਹਨਾਂ ਦਾ ਮੁਤਾਲਬਾ ਕਦੀ ਨਹੀਂ ਹੈਗਾ ਵੀ ਪੈਸੇ ਹੀ ਸਾਨੂੰ ਚਾਹੀਦੇ। ਇਹਨਾਂ ਰਾਸ਼ਨ ਦਿਓ, ਬੱਚਿਆਂ ਦੇ ਕੱਪੜੇ ਆਪਣੇ ਤੋਹਫੇ ਤੌਰ, ਸਦਕੇ ਤੌਰ ਨਹੀਂ ਤੁਸੀਂ ਦੇਣਾ। ਤੁਸੀਂ ਈਦ ਤੇ ਆਓ, ਬੱਚਿਆਂ ਨੂੰ ਸਦਕੇ ਤੌਰ ਤੋਹਫੇ ਤੌਰ ਤੋਹਫਾ ਦਿਓ, ਬੱਚੇ ਰਾਜ਼ੀ ਹੋ ਜਾਣਗੇ। ਤੁਹਾਡੇ ਬੱਚੇ ਈਦ ਦਾ ਦਿਨ ਆਉਂਦਾ ਕਿੰਨੀਆਂ ਖੁਸ਼ੀਆਂ ਹੁੰਦੀਆਂ। ਕੋਈ ਵੀ ਖੁਸ਼ੀ ਦਾ ਸ਼ਾਦੀ ਵਿਆਹ ਆਉਂਦੀ ਹੈ, ਚਾਹ ਹੁੰਦੇ ਬੱਚਿਆਂ ਨੂੰ। ਤੇ ਇਹ ਵੀ ਛੋਟੇ ਛੋਟੇ ਬੱਚੇ ਨੇ। ਇਹ ਸਭ ਤੋਂ ਛੋਟਾ ਇਹ ਤੋਂ ਵੀ ਛੋਟਾ ਹੈ ਇੱਕ, ਇਹ ਸਭ ਤੋਂ ਛੋਟੇ ਤੋਂ ਵੱਡਾ ਹੈ। ਬੇਟਾ ਤੂੰ ਕੀ ਦੁਆ ਕਰਦਾ ਨਾ ਪਾਪਾ ਵਾਸਤੇ? ਪਾਪਾ ਠੀਕ ਹੈ। ਹਾਂਜੀ, ਇਹ ਛੋਟਾ ਬੱਚਾ ਸਭ ਤੋਂ, ਇਹਦੀ ਵੀ ਖਾਹਿਸ਼ਾਤ ਨੇ। ਇਦਾਂ ਹੀ ਬੱਚੇ ਛੋਟੇ ਛੋਟੇ ਬੱਚੇ ਨੇ। ਤੇ ਬੱਚੀਆਂ ਮਾਸ਼ਾਅੱਲਾ ਸਾਡੀ ਭੈਣਾਂ ਵੀ ਜਵਾਨ ਨੇ। ਇੱਕ ਬੇਟੀ ਦੀ ਸ਼ਾਦੀ ਵੀ ਕੀਤੀ ਹੈ, ਪਤਾ ਨਹੀਂ ਕਿੰਨਾ ਹਾਲਾਤ ਨਾਲ ਕੀਤੀ ਹੋਏਗੀ। ਹਰ ਮਾਂ ਪਿਓ ਦੀ, ਹਾਂਜੀ, ਤੇ ਹਰ ਮਾਂ ਦੀ ਮਾਂ ਬਾਪ ਦੀ ਖਾਹਿਸ਼ ਹੁੰਦੀ ਹੈ ਅੱਛੇ ਚਾਵਾਂ ਨਾਲ ਸ਼ਾਦੀ ਕਰੀਏ, ਉਹਦਾ ਜਹੇਜ਼ ਦਈਏ, ਉਹਦੀ ਕੋਈ ਕਮੀ ਨਾ ਰਹਿ ਜਾਏ। ਤੇ ਇਸ ਵਾਰ ਤੁਸੀਂ ਤਾਵਨ ਲਾਜ਼ਮੀ ਕਰਨਾ ਹੈ।
ਤੇ ਤੁਹਾਡਾ ਕਿੰਨਾ ਖਰਚਾ ਤੁਹਾਡਾ ਘਰ ਦਾ ਅੰਦਾਜ਼ਨ? ਲਾਇਆ ਕੋਈ ਬਿੱਲ, ਬਿਜਲੀ, ਗੈਸ, ਹਰ ਚੀਜ਼ ਦੱਸਿਓ ਕੋਈ। ਤਕਰੀਬਨ 10-15 ਹਜ਼ਾਰ ਰੁਪਇਆ ਹੈ ਵੇ। 15000 ਰੁਪਏ ਹੋ ਇਹ ਜਾਂਦਾ। ਤੁਸੀਂ ਬੜਾ ਥੋੜਾ ਜਿਹਾ ਦੱਸਣੇ ਆ। ਹਾਂਜੀ ਬਸ ਜਿੰਨਾ ਕੁ ਮੇਰਾ ਖਰਚਾ ਮੈਂ ਉਹਨਾਂ ਕੁ ਦੱਸਦਾ। 15,000 ਬਿਜਲੀ ਦੇ ਬਿੱਲ, ਸੂਈ ਗੈਸ ਦੇ ਬਿੱਲ, ਬੱਚਿਆਂ ਦੀਆਂ ਫੀਸਾਂ, ਉਹਨਾਂ ਦੇ ਕਿਤਾਬਾਂ, ਕਿ ਫਲਾਣੀ ਕਿਤਾਬ ਕੋਨੀ, ਬਸ ਆ ਕੋਨੀ, ਫਲਾਣੀ ਚੀਜ਼ ਕੋਨੀ, ਵਰਦੀਆਂ, ਇਸ ਤਰ੍ਹਾਂ ਬਸ। ਨਾਜ਼ਰੀਨ ਵੇਖੋ, ਸ਼ੁਕਰਗੁਜ਼ਾਰੀ ਦੇਖੋ। 15,000 ਕਹਿ ਰਹੇ, ਸਾਡੇ 2 ਬੱਚੇ, ਸਾਡਾ 20-25,000 ਖਰਚਾ ਹੋ ਜਾਂਦਾ ਘਰ 'ਚ। ਇਹ 15,000 ਇਹਨਾਂ ਨੇ ਆਪਣੇ ਇਹ ਸੋਚਿਆ ਵੀ ਘੁੱਟ-ਘੁੱਟ ਕੇ ਥੋੜੇ-ਥੋੜੇ ਕਰਕੇ ਗੁਜ਼ਾਰਾ ਕਰ ਲਾਂਗੇ। ਸਾਨੂੰ ਅਸੀਂ ਜ਼ਿਆਦਾ ਮਾਲ ਨਹੀਂ ਚਾਹੀਦਾ, ਬਸ ਸਾਡਾ ਰੱਬ ਨਾਲ ਗੁਜ਼ਾਰਾ ਚਲਾ ਦੇਵੇ। ਮੈਨੂੰ ਰੱਬ ਤੇ ਵੀ ਬੜੀ ਉਮੀਦ ਹੈ, ਅੱਲਾਹ ਤਾਲਾ ਇਨਸ਼ਾਅੱਲਾ ਇਹਨਾਂ ਤੇ ਰਹਿਮਤ ਕਰਨਗੇ। ਇਨਸ਼ਾਅੱਲਾ ਗੋਜਰੇ ਦੇ ਸਾਰੇ ਤਾਜਰਾਂ ਬਰਾਦਰਾਂ, ਦੁਕਾਨਦਾਰ, ਅਗਰ ਰਿਸ਼ਤੇਦਾਰਾਂ ਕੋ ਜਾਵੇ 100 ਇਕੱਠਾ ਕਰੇ ਤਾਂ ਵੀ 2,000 ਇਕੱਠਾ ਹੋ ਜਾਂਦਾ। ਲਿਆ ਕੇ ਇਹਨਾਂ ਨੂੰ ਦਵੇ, ਰਾਸ਼ਨ ਦਵੇ, ਕੱਪੜੇ ਦੇ ਕੇ, ਜਿਸ ਤਰ੍ਹਾਂ ਅਕਾਊਂਟ ਨੰਬਰ ਤੁਹਾਨੂੰ ਅਸੀਂ ਦੇਤਾ, ਇਨਸ਼ਾਅੱਲਾ ਅਕਾਊਂਟ ਤੇ ਭੇਜਿਓ। ਜੇ ਨਹੀਂ ਕੁਝ ਵੀ ਕਰ ਸਕਦੇ ਸਾਨੂੰ ਦੱਸਿਓ, ਅਸੀਂ ਫੋਨ ਕਰਿਓ, ਅਸੀਂ ਤੁਹਾਡੇ ਕੋਲ ਆ ਜਾਾਂਗੇ, ਤੁਹਾਨੂੰ ਲੈ ਕੇ ਮੋਟਰਸਾਈਕਲ ਤੇ ਇੱਥੇ ਆ ਜਾਾਂਗੇ। ਤੇ ਹਾਂਜੀ, ਤੇ ਇਹਨਾਂ ਨੰਬਰ ਤੋਂ ਸਾਡਾ ਨੰਬਰ ਵੀ ਸ਼ੋਰ ਹੈ, ਉੱਤੇ ਵੀ ਰਾਬਤਾ ਕਰਕੇ ਤੁਸੀਂ ਕਿਸ ਤਰ੍ਹਾਂ ਇਸ ਤਰ੍ਹਾਂ ਕੋਈ ਹੋਰ ਵੀ ਆਪਣੇ ਇਲਾਕੇ 'ਚ ਮੁਹੱਲੇ 'ਚ ਦੇਖਦੇ ਆ ਕਿ ਇਸ ਤਰ੍ਹਾਂ ਮਜਬੂਰ ਆਦਮੀ ਹੈ, ਅਸੀਂ ਇਨਸ਼ਾਅੱਲਾ ਉਹਦੀ ਆਵਾਜ਼ ਬਣ ਕੇ ਲੋਕਾਂ ਤੱਕ ਸਾਹਮਣੇ ਆਵਾਂਗੇ, ਉਹਦੀ ਆਵਾਜ਼ ਲੋਕਾਂ ਤੱਕ ਪਹੁੰਚਾਵਾਂਗੇ ਜੀ। ਬਹੁਤ ਸ਼ੁਕਰੀਆ ਨਾਜ਼ਰੀਨ ਦਾ, FTM 105 ਤੇ ਲੁਕਮਾਨ ਗੋਇਰਾ ਨਿਊਜ਼ ਦੀ ਤਰਫੋਂ ਬਹੁਤ ਸ਼ੁਕਰੀਆ। ਅੱਲਾਹ ਹਾਫਿਜ਼।